ਕਿ ਜਿਹੜਾ ਸਾਡਾ ਪਹਿਲਾ ਪੋਰਾ ਹੈ ਨਾ ਉਹਦਾ ਤਲਕ ਖਾਰ ਨਾਲ ਇਹਦੀ ਦਲਾਇਲ ਕੀ ਨੇ। ਬਿਮਾਰੀ ਦੇ ਵਿੱਚ ਤੁਸੀਂ ਬਾਅਦ ਵਿੱਚ ਗੱਲ ਕਰਨੀ ਹੈ, ਪਹਿਲੇ ਤੰਦਰੁਸਤ ਹਾਲਤ ਨੂੰ ਸਮਝਣਾ। ਜਿਹੜਾ ਪਹਿਲਾ ਪੋਰਾ ਉਹਨੂੰ ਅਸੀਂ ਖਾਰੀ ਸਮਝਾਂਗੇ। ਫਰਜ਼ ਕੀਤਾ ਤੁਸੀਂ ਕਿਸੇ ਮਰੀਜ਼ ਨੂੰ ਉਜ਼ਲਾਤੀ ਲਾਮਤਾ ਸਮਝ ਕੇ ਤੇ ਤੁਸੀਂ ਉਹਨੂੰ ਹਰਾਰਤ ਦਿੰਦੇ ਹੋ। ਹਰਾਰਤ ਵਾਲੀ ਜਿਹੜੀ ਕੈਫੀਅਤ ਹੋਏਗੀ ਉਹ ਜਦੋਂ ਖੁਸ਼ਕੀ ਦਾ ਅੰਸਰ ਟੁੱਟੇਗਾ ਤੇ ਹਰਾਰਤ ਕਿੱਥੇ ਆਏਗੀ? ਹਰਾਰਤ ਇੱਥੇ ਆਈ। ਇੱਕ ਤੇ ਤੁਹਾਡੇ ਕੋਲ ਇਹ ਪੈਰਾਮੀਟਰਸ ਹੋ ਗਿਆ ਕਿ ਤੁਸੀਂ ਕਿਸੇ ਨੂੰ ਵੇਖ ਕੇ ਕਿਸ ਤਰ੍ਹਾਂ ਕਹਿ ਸਕੋਗੇ ਕਿ ਯਾਰ ਤੂੰ ਅੱਗੇ ਨਾਲੋਂ ਬਿਹਤਰ ਹੈ। ਅਸੀਂ ਕਰੂਰਾ ਵੇਂਦਿਆਂ ਸਾਰ ਕਹਿੰਦੇ ਕਿ ਤੂੰ ਅੱਗੇ ਨਾਲੋਂ ਬਿਹਤਰ ਹੈ। ਮੈਂ ਸਿੱਧਾ ਡਾਇਰੈਕਟਲੀ ਕਹਿਣਾ ਕਿ ਮੈਂ ਨਾ ਯਾਰ ਤੂੰ ਅੱਗੇ ਨਾਲੋਂ ਬਿਹਤਰ ਹੋ ਕੇ ਆਇਆ, ਅੱਲਾ ਦਾ ਸ਼ੁਕਰ ਹੈ। ਉਹ ਆਂਦਾ ਮੈਂ ਬਿਹਤਰ। ਉਹਦੀ ਕੀ ਵਜ੍ਹਾ? ਮੈਨੂੰ ਪਤਾ ਹੁੰਦਾ ਕਿ ਮੈਂ ਉਹਦੇ ਤੋਂ ਖੁਸ਼ਕੀ ਦਾ ਅੰਸਰ ਉਤਾਰਿਆ, ਮੈਂ ਹਰਾਰਤ ਦਿੱਤੀ ਉਹਨੂੰ, ਹਰਾਰਤ ਵਾਲਾ ਕਰੂਰਾ ਆ ਗਿਆ ਤੇ ਹਰਾਰਤ ਵਾਲੀ ਨਬਜ਼ ਆ। ਅਗਰ ਕਿਸੇ ਦੀ ਕੋਈ ਕਿਸ ਤਰ੍ਹਾਂ ਦੀ ਖਾਰੀ ਹਾਲਤ ਹੈ, ਅਗਰ ਮੈਂ ਉਹਦੀ ਖਾਰ ਨੂੰ ਤੋੜਨਾ ਤੇ ਮੈਨੂੰ ਪਤਾ ਮੈਂ ਉਜ਼ਲਾਤੀ ਤਹਿਰੀਕ ਦੀ ਦਵਾਈ ਦਿੱਤੀ ਤੇ ਮੇਰੀ ਨਬਜ਼ ਇੱਥੇ ਆਣੀ ਚਾਹੀਦੀ। ਇਹ ਤੀਸਰਾ ਪੋਰਾ। ਕੋਈ ਵੀ ਹਰਾਰਤ ਵਾਲੀ ਕਫੀਅਤ ਆਏਗੀ ਤਾਂ ਇੱਥੇ ਆਏਗੀ, ਕੋਈ ਵੀ ਖਾਰੀ ਹੋਏਗੀ ਤਾਂ ਇੱਥੇ ਆਏਗੀ। ਇਹ ਜ਼ਿਹਨ 'ਚ ਰੱਖਣਾ। ਇਹ ਵੇ ਅਸਲੀ ਪੈਰਾਮੀਟਰ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਇਹਦੇ ਨਾਲ ਅਰਜ਼ ਹੋਣਾ ਜ਼ਰੂਰੀ ਹੈ, ਇਹਦੇ ਨਾਲ ਤਵਾਲਤ ਹੋਣਾ ਜ਼ਰੂਰੀ ਹੈ। ਪਹਿਲੀ ਬੋਲ ਅਰਜ਼ ਰਤੂਬਤ ਹੋਣਾ ਜ਼ਰੂਰੀ ਹੈ, ਦੂਸਰੀ ਨਾਲ ਤਵਾਲਤ ਹੋਣਾ ਜ਼ਰੂਰੀ ਹੈ, ਤੀਸਰੀ ਨਾਲ ਸ਼ਰਫ ਹੋਣਾ ਜ਼ਰੂਰੀ ਹੈ। ਪਹਿਲੇ ਪੋਰੇ ਦੇ ਨਾਲ ਦੋ ਹੀ ਲਫ਼ਜ਼ਾਂ ਤਲਕ ਰੱਖਦੀਆਂ ਨੇ, ਦੂਸਰੇ ਪੋਰੇ ਦੇ ਨਾਲ ਦੋ ਹੀ ਲਫ਼ਜ਼ਾਂ ਤਲਕ ਰੱਖਦੀਆਂ ਨੇ, ਤੀਸਰੇ ਪੋਰੇ ਨਾਲ ਵੀ ਦੋ ਹੀ ਰੱਖਦੀਆਂ ਨੇ। ਜਿਹੜੇ ਲੋਕ ਇਹਨੂੰ ਆਹਿਸਤਗੀ ਨਾਲ ਅਹਿਸਾਸ ਨਹੀਂ ਕਰਦੇ, ਦਬਾ ਦਿੰਦੇ ਨੇ, ਉਹ ਮੇਰੇ ਪੈਰਾਮੀਟਰ ਤੇ ਨਹੀਂ ਚੱਲ ਸਕਦੇ। ਜੋ ਨਬਜ਼ ਤੇ ਸਹੀ ਤਰੀਕੇ ਨਾਲ ਆਹਿਸਤਗੀ ਨਾਲ ਹੱਥ ਰੱਖਦਾ ਤੇ ਫਿਰ ਉੱਥੇ ਹੀ ਹੁੰਦੀ ਹੈ। ਅੱਲਾ ਦਾ ਕਰੋੜ ਵਾਰ ਸ਼ੁਕਰ ਹੈ ਉਸਤਾਦ ਜੀ, ਇਸ ਪੈਰਾਮੀਟਰ ਦੇ ਤਹਿਤ ਅਸੀਂ 70% 90% ਰਿਜ਼ਲਟ ਸਹੀ ਲੈਂਦੇ। ਸਾਡਾ ਕੋਈ ਇੱਕਾ ਦੁੱਕਾ ਆ ਕੇ ਆਖੇਗਾ ਕਿ ਮੈਨੂੰ ਫਾਇਦਾ ਨਹੀਂ ਹੋਇਆ। ਇੰਨੇ ਪਰਫੈਕਟ ਤਰੀਕੇ ਨਾਲ ਉਸਤਾਦ ਜੀ ਇਹ ਪੈਰਾਮੀਟਰ ਸਾਨੂੰ ਅੱਛਾ ਰਿਜ਼ਲਟ ਦਿੰਦਾ। ਬਾਤ ਹੈ ਹੁਣ ਇੱਕ ਜਿਹੜੀ ਇੱਕ ਵਹਾਮ ਸਭ ਤੋਂ ਵੱਡਾ ਹੈ ਵੇ ਕਿ ਇੱਕ ਤੁਸੀਂ ਜਿਹੜੀ ਤੀਸਰੀ ਉਂਗਲੀ ਹੈ ਉੱਤੇ ਨਬਜ਼ ਕੋਈ ਸ਼ਰਫ 10 ਟਕਾ ਸ਼ਰਫ ਤੇ ਹੋਏਗੀ, ਬਾਕੀ ਦੋ ਮੁਕਾਮ ਤੁਸੀਂ ਦੱਸੇ ਤਵਾਲਤ ਦੱਸੀ ਭਾਈ, ਦਰਮਿਆਨ ਮੁਤਦਿਲ ਹੋਏਗਾ। ਹਾਂ ਤਵਾਲਤ ਮੈਂ ਲੱਗਾ ਦੱਸਣ। ਮੈਂ ਇਹ ਮੈਂ ਤੁਹਾਡੇ ਸਾਹਮਣੇ ਇੱਕ ਪੈਰਾਮੀਟਰ, ਹੁਣ ਤੁਹਾਡਾ ਸਵਾਲ ਹੈ, ਹੁਣ ਇਹ ਤੁਹਾਡਾ ਸਵਾਲ ਹੈ, ਇਹ ਤੁਹਾਡਾ ਸਵਾਲ ਹੈ ਬੜਾ ਬਿਹਤਰੀਨ ਮਾਸ਼ਾਅੱਲਾ। ਔਰ ਪਹਿਲੀ ਉਂਗਲੀ ਦੀ ਵੀ ਤੁਸੀਂ ਮੁਕਾਮ ਵਾਜ਼ਿਬ ਕਰੋ। ਹਾਂ ਨਾ, ਪਹਿਲੇ ਉਂਗਲੀ ਦਾ ਵਾਜ਼ਿਬ ਕਰਨਾ, ਪਰ ਇਹ ਅਰਜ਼ ਦੇ ਚ ਹੋਏਗੀ। ਇਹਨੂੰ ਅਰਜ਼ ਦੇ ਤਹਿਤ ਦੇਖਣਾ ਹੈ, ਇਹਨੂੰ ਤਵਾਲਤ ਦੇ ਤਹਿਤ ਦੇਖਣਾ ਹੈ, ਇਹਨੂੰ ਤਵਾਲਤ ਦੇ ਤਹਿਤ ਵੇਖਣਾ ਹੈ, ਇਹਨੂੰ ਸ਼ਰਫ ਦੇ ਹਵਾਲੇ ਨਾਲ ਵੇਖਣਾ ਹੈ। ਸਮਝ ਆ ਗਈ ਗੱਲ ਦੀ? ਪਹਿਲੇ ਦੂਜੀ ਤੀਜੀ, ਪਹਿਲਾ ਦੂਸਰਾ ਤੀਸਰਾ। ਪਹਿਲਾ ਪੋਰਾ ਅਰਜ਼ ਨਾਲ, ਦੂਸਰਾ ਪੋਰਾ ਤਵਾਲਤ ਨਾਲ, ਤੀਸਰਾ ਪੋਰਾ ਸ਼ਰਫ ਨਾਲ। ਫਿਰ ਵੇਖੋ ਅਸਾਂ ਇਹ ਇੱਕ ਬੁਨਿਆਦ ਕਾਇਮ ਕੀਤੀ ਹੈ। ਮੈਂ ਇਹਨੂੰ ਕਰਕੇ ਦੇਖਿਆ ਤੇ ਮੈਂ ਤੁਹਾਡੇ ਸਾਹਮਣੇ ਤਾਂ ਰੱਖਣਾ। ਫਿਰ ਵੇਖੋ ਇਹਦੇ ਤੋਂ ਅਗਲਾ ਸਟੈਪ ਕੀ ਹੈ। ਹਰ ਬੰਦੇ ਦੀ ਕਲਾਈ, ਤੁਸੀਂ ਆਖੋਗੇ ਯਾਰ ਹਰ ਬੰਦੇ ਦੀ ਕਲਾਈ 'ਚ ਤੀਸਰਾ ਪੋਰਾ ਤੇ ਲੱਭਦਾ ਹੀ ਨਹੀਂ। ਮੈਂ ਇਹ ਗੱਲ ਕਰਨਾ ਕਿ ਜਿਹੜੀ ਨਬਜ਼ ਦਾ ਤਲਕ ਪਹਿਲੇ ਪੋਰੇ ਨਾਲ, ਦੂਸਰੇ ਨਾਲ, ਤੀਸਰੇ ਨਾਲ, ਪਹਿਲੇ ਪੋਰੇ ਦਾ ਤਲਕ ਅਸੀਂ ਬਤੀ ਤੇ ਮੁਤਫਾਵਤ ਨਾਲ ਜੋੜਾਂਗੇ। ਬਤੀ ਮਾਇਲ ਤਵਾਤਰ, ਬਤੀ ਮਾਇਲ ਮੁਤਫਾਵਤ। ਅਸੀਂ ਇਹਨੂੰ ਜ਼ਮਾਨਾ ਹਰਕਤ, ਜ਼ਮਾਨਾ ਸਕੂਨ ਦੇ ਤਹਿਤ ਤਿੰਨਾਂ ਨੂੰ ਦੇਖਾਂਗੇ। ਸਭ ਤੋਂ ਪਹਿਲੇ ਕਿਉਂ, ਦਲੀਲ ਕੀ ਹੈ? ਕੈਫੀਆਤ ਚਾਰ ਨੇ, ਗਰਮੀ ਸਰਦੀ ਖੁਸ਼ਕੀ ਤਰੀ। ਤੁਸੀਂ ਇਹਨਾਂ ਚਾਰਾਂ ਨੂੰ ਜਦੋਂ ਮਿਲਾਉਂਦੇ ਹੋ ਤਾਂ ਕਿੰਨੇ ਬਣਦੇ ਨੇ? 8। ਦੋ ਮਿਜ਼ਾਜ ਬਣਦੇ ਨੇ, ਸਰਦ ਤਰ ਤੇ ਸਰਦ ਖੁਸ਼ਕ। ਗਰਮ ਤਰ ਤੇ ਗਰਮ ਖੁਸ਼ਕ ਜਿਗਰ ਦੇ, ਤਰ ਸਰਦ ਤੇ ਤਰ ਗਰਮ। ਦੋ ਦਿਮਾਗੋ ਸਾਹਿਬ ਦੇ, ਗਰਮ ਖੁਸ਼ਕ, ਖੁਸ਼ਕ ਗਰਮ ਤੇ ਖੁਸ਼ਕ ਸਰਦ, ਕਲਬੋ ਜ਼ਲਾਤ ਦੇ। 3 ਫੇਲੀ, 2 ਗੈਰ ਫੇਲੀ। ਇੱਕ ਹੱਡੀ ਨੂੰ ਸੈਪਰੇਟ ਕਰਾਂਗੇ, ਦੋ ਨੂੰ ਜ਼ਮਾਨਾ ਹਰਕਤ ਜ਼ਮਾਨਾ ਸਕੂਨ ਦੇ ਤਹਿਤ ਜੋੜ ਦਿਆਂਗੇ। ਪਹਿਲੇ ਪੋਰੇ ਦੀ ਨਬਜ਼ ਅਗਰ ਫਰਜ਼ ਕੀਤਾ 32 ਮਾਇਲ ਤਵਾਤਰ ਜਾਂ 32 ਮਾਇਲ ਮੁਤਫਾਵਤ ਨਹੀਂ ਤਾਂ ਸਾਨੂੰ ਦਰੁਸਤ ਲਿਆਣਾ। ਪਹਿਲਾਂ ਆਪਣੇ ਜ਼ਿਹਨ 'ਚ ਗੱਲ ਬਿਠਾਓ, ਪਹਿਲੇ ਪੋਰੇ ਤੇ ਕਿਹੜੀ ਆਏਗੀ? 32 ਮਾਇਲ ਤਵਾਤਰ ਜਾਂ 32 ਮਾਇਲ। ਸਰ ਜੀ ਅਸਾਬੀ ਗੁੱਦੀ ਦਾ ਮਜ਼ਾਜ ਤਾਂ ਤੁਹਾਨੂੰ ਪਤਾ ਹੀ ਹੈ, ਤਰ ਗਰਮ ਹੁੰਦਾ ਤੇ ਅਸਾਬੀ ਜ਼ਲਾਤੀ ਦਾ ਮੁਸ਼ਕਲ ਕੀ ਲੱਗੀ ਜੇ? ਮੁਤਫਾਵਤ ਨਬਜ਼ ਹੁੰਦੀ ਸਰ ਤੇ ਮੁਤਵਾਤਰ ਨਬਜ਼ ਹੁੰਦੀ ਗਰਮ। ਠੀਕ ਹੈ, ਹੁਣ ਯਾਦ ਰਹੇਗਾ। ਇਸੇ ਤਰ੍ਹਾਂ ਦੂਸਰੇ ਪੋਰੇ ਦੀ ਨਬਜ਼ ਨੂੰ ਮੈਂ ਕਹਿੰਦਾ ਇਹਦਾ ਮਜ਼ਾਜ ਤਵਾਤਰ ਮਾਇਲ ਸਰੀ ਹੋਏਗਾ ਜਾਂ ਤਵਾਤਰ ਮਾਇਲ ਬਤੀ ਹੋਏਗਾ। ਤਵਾਤਰ ਮਾਇਲ ਬਤੀ ਗੁੱਦੀ ਸਾਬੀ ਹੋਏਗੀ, ਤਵਾਤਰ ਮਾਇਲ ਸਰੀ ਕੀ ਹੋਏਗਾ? ਇਸੇ ਤਰ੍ਹਾਂ ਹੀ ਉਜ਼ਲਾਤੀ ਸਾਬੀ ਤੇ ਉਜ਼ਲਾਤੀ ਗੁੱਦੀ। ਤੀਸਰਾ ਪੋਰਾ ਸਰੀ ਮਾਇਲ ਤਵਾਤਰ, ਸਰੀ ਮਾਇਲ ਮੁਤਫਾਵਤ। ਕੋਈ ਮੁਸ਼ਕਲ ਨਹੀਂ, ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਨਬਜ਼ ਦੇ ਕਿਸੇ ਪੋਰੇ ਤੇ ਹੱਥ ਰੱਖ ਲਓ। ਗੈਰ ਫਿਤਰੀ ਸਾਰੀ ਦੁਨੀਆ ਟੁੱਟੀ ਫਿਰਦੀ ਹੈ, ਕੋਈ ਫਿਤਰਤ ਹੈ ਅੰਬੀਆ अलैहिस्सलाम ने, और बंदा जड़ा ना गैर फितरी ਤੁਹਾਨੂੰ ਸਾਰੇ ਨਜ਼ਰ ਆਣਗੇ, ਮੈਂ ਵੀ ਸ਼ਾਮਲ। ਲੇਕਿਨ ਤੁਹਾਨੂੰ ਇਹਨਾਂ ਤੋਂ ਹਟ ਕੇ 6 ਹਾਲਤਾਂ ਤੋਂ ਕੋਈ ਨਬਜ਼ ਨਹੀਂ ਮਿਲੇਗੀ, ਕੋਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਫਿਰ ਦੇਖੋ ਆਸਾਨੀ ਹੈ, ਅੱਗੇ ਤੁਸੀਂ ਨਬਜ਼ ਦੀ ਬਿਮਾਰੀ ਦੀ ਹਾਲਤ ਨੂੰ ਪਰਖਣਾ ਹੈ। ਇਹ ਤੁਹਾਡੇ ਕੋਲ ਪੈਰਾਮੀਟਰਸ ਨੇ।
ਜਿਹੜੇ ਮੈਂ ਪਹਿਲਾਂ ਦੇ ਦਿੱਤੇ, ਸਰੀ, ਤਵਾਤਰ, ਬੱਤੀ। ਇਹ ਜ਼ਮਾਨਾ ਹਰਕਤ, ਜ਼ਮਾਨਾ ਸਕੂਨ। ਹੁਣ ਕਿਸੇ ਨੂੰ ਨਹੀਂ ਵੇਖਣਾ ਹੁੰਦਾ ਤੇ ਉਹਨੂੰ ਚਾਹੀਦਾ ਕਿ ਆਪਣੇ ਕਿਸੇ ਉਸਤਾਦ ਦੇ ਕੋਲ ਬੈਠੇ। ਮੈਂ ਸਾਦਾ ਜੀ ਮਿਸਾਲ ਦੇਣਾ, ਜਿਹੜਾ ਮਰੀਜ਼ ਉਹ ਉੱਥੋਂ ਮੇਰੀ ਸੀਟ ਤੋਂ ਮੇਰੀ ਸਟੈਪ ਤੋਂ ਤਾਂ ਚੜ੍ਹਦਾ ਨਾ, ਤੇ ਜਿਹਨੂੰ ਦੋ ਬੰਦਿਆਂ ਨੇ ਚੁੱਕਿਆ ਹੁੰਦਾ ਨਾ, ਮੈਂ ਉਹਨੂੰ ਕਹਿਣਾ ਕਿ ਇਹ ਬੰਦਾ ਤਵਾਤਰ ਦਾ, ਤੇ ਇਹਨੂੰ ਚੁੱਕ ਕੇ ਹੀ ਲਿਆਉਣਾ। ਜਦੋਂ ਲਿਆਉਣਾ ਇੰਜ ਨਹੀਂ ਹੋ ਸਕਦਾ ਕਿ ਆ ਮੰਜੀ ਤੇ ਜਾਂ ਆਸਰਾ ਲੈ ਕੇ ਨਾ ਚੱਲੇ। ਦੂਰੋਂ ਦੇਖੋ ਉਹਨੂੰ, ਦੂਰੋਂ ਉਹਦੇ ਪਰਫੈਕਟ ਜ਼ੇਨ 'ਚ ਬਿਠਾ ਲਓ ਕਿ ਤੁਹਾਡੀ ਸੀਟ ਤੱਕ ਆਉਂਦਿਆਂ ਤੱਕ ਇਹਨੂੰ ਦੋ ਬੰਦਿਆਂ ਨੇ ਆਸਰਾ ਦੇਣਾ, ਤੇ ਇਹ ਤਵਾਤਰ, ਇਹ ਹਰਾਰਤ ਦਾ ਮਰੀਜ਼ ਹੈ ਔਰ ਉਜ਼ਲਾਤ ਦੀ ਤਹਲੀਲ ਦਾ ਮਰੀਜ਼ ਹੈ। ਤੇ ਜਿਹੜਾ ਮਰੀਜ਼ ਮੰਜੀ ਤੇ ਪਾ ਕੇ ਲਿਆਉਣ, ਯਾਦ ਰੱਖਣਾ ਉਹ ਮੁਤਫਾਵਤ ਨਾਲ ਤਲਕ ਰੱਖਦਾ, ਉਹ ਨਹੀਂ ਉੱਠ ਸਕਦਾ। ਪਿੱਛੇ ਵਜ੍ਹਾ ਕੋਈ ਨਹੀਂ, ਉਹਦੇ ਪਿੱਛੇ ਸਰਦੀ ਨੇ ਆ ਕੇ ਰੱਖੀ। ਫਾਲਜ ਦਾ ਮਰੀਜ਼ ਵੇਖਦੇ ਆ, ਕੈਂਸਰ ਦੇ ਮਰੀਜ਼ ਵੇਖਦੇ ਆ, ਕਾਹਦੇ ਨਾਲ? ਸਰਦੀ ਨਾਲ। ਸਰਦੀ ਤੋੜਨੇ ਉਹਦੀ। ਜੋ ਨਬਜ਼ ਵੇਖਦੇ ਆ, ਤਵਾਤਰ ਨੂੰ ਦਰੁਸਤ ਕਰਕੇ ਜੋ ਹੀ ਜਿੱਥੇ ਕਫੀਅਤ ਹੁੰਦੀ ਅਸੀਂ ਉੱਥੇ ਉਹਨੂੰ ਲੈ ਜਾਂਦੇ ਹਾਂ। ਸਾਡੇ ਲਈ ਆਸਾਨ, ਮੁਸ਼ਕਲ ਹੀ ਕੋਈ ਨਹੀਂ, ਪੈਰਾਮੀਟਰ ਸਾਡੇ ਕੋਲ ਮੌਜੂਦ ਹੈ। ਆਂਦੇ ਨੇ ਪਿਛਲੀ ਦਫਾ ਇਹਨਾਂ ਨੇ ਭਾਈ ਨਸਰੁੱਲਾ ਨੇ ਸਟੇਜ ਤੇ ਆਖਿਆ, ਯਾਰ ਤੁਸੀਂ ਇਹਨੂੰ ਮੁਨਖਫਿਜ਼ ਨਾਲ ਜੋੜੋ। ਕੋਈ ਉਸਤਾਦ ਜੀ, ਕੋਈ ਬੰਦਾ ਇਹ ਲਫ਼ਜ਼ ਕਿਉਂ ਨਹੀਂ ਕਹਿੰਦਾ ਕਿ ਯਾਰ ਜਿਹੜੀ ਕਮਿਊਨਿਟੀ ਕੁਵਤ ਮਦਾਫਤ ਹੈ ਉਹਦੀ ਇੱਕ ਸਟਰਗਲ ਹੈ, ਉਹ ਵੀ ਨਬਜ਼ ਦੇ ਵਿੱਚ ਦੇਖਣੀ ਚਾਹੀਦੀ। ਕਿਹੜਾ ਉਸਤਾਦ ਹੈ ਜਿਹਨੇ ਆ ਕੇ ਦੱਸਿਆ? ਹੈਜ਼ੇ ਦੇ ਮਰੀਜ਼ ਦੀ ਨਬਜ਼ ਸ਼ਰਫ 'ਚ ਦੇਖੀ ਹੈ, ਟੱਟੀਆਂ ਉਲਟੀਆਂ ਇਹਨਾਂ ਨੇ ਢਾਹ ਲਏ, ਅੱਖਾਂ ਤੜੇ ਲੱਗ ਗਈਆਂ ਨੇ, ਪਾਣੀ ਮੁੱਕ ਗਿਆ ਜਿਸਮ ਦਾ, ਬੋਤਲਾਂ ਦੇ ਬੋਤਲਾਂ, ਨਬਜ਼ ਸ਼ਰਫ 'ਚ ਉਸਤਾਦ। ਮੁਨਖਫਿਜ਼ ਵੇਖੀ ਹੀ ਨਹੀਂ। ਹਾਂ ਵੇਖੀ ਪਹਿਲੇ ਪੂਰੇ ਇਲਾਜ ਮੁਆਲਜਾ ਕਰਕੇ ਵੇਖਿਆ। ਬਾਅਦ ਇੱਕ ਸ਼ਖਸੀਅਤ ਹੈ ਉਸਤਾਦ ਜੀ ਅਬਦੁਲ ਹਕੀਮ ਸਾਹਿਬ, ਉਹਨਾਂ ਨੇ ਸਾਨੂੰ ਦੱਸਿਆ ਕਿ ਹੈਜ਼ੇ ਦਾ ਮਰੀਜ਼ ਜਿੰਨੀ ਦੇਰ ਤੱਕ ਉਹਦੇ ਢਿੱਡ 'ਚ ਅਫਾਰਾ ਬਦਬੂ ਹੈ, ਉਹਦੇ ਪਹਾਨੇ ਬੰਦ ਨਹੀਂ ਕਰਦੇ, ਤੇ ਜਦੋਂ ਬਦਬੂ ਮੁੱਕ ਜੇ ਤੇ ਫਿਰ ਉਹਨਾਂ ਨੂੰ ਬੰਦ ਕਰ ਲਓ, ਮਸਲਾ ਨਹੀਂ। ਹਾਂ ਜਿੱਥੇ ਜਾ ਕੇ ਪਾਣੀ ਖਤਮ ਹੋ ਜੇ, ਖਿੱਚਾਂ ਲੱਗਣੀਆਂ ਸ਼ੁਰੂ, ਫਿਰ 4 ਤਰਿਆਕ ਦਵਾਈ ਦੇ, ਇਬਤਦਾ 'ਚ ਨਾ ਦਿਓ, ਉਸੂਲ ਦੇ ਦਿੱਤਾ ਹੈ। ਇੱਕ ਮਰਜ਼ ਨੂੰ 3 ਦਰਜਿਆਂ ਦੇ ਵਿੱਚ ਲੈ ਕੇ ਸਮਝਾਉਣਾ, ਸਾਨੂੰ ਸਮਝ ਆਣੀ ਸ਼ੁਰੂ ਹੋ ਗਈ। ਹੁਣ ਗੱਲ ਕਰੋ ਜੀ ਜ਼ੁਲਕਰਨੈਨ ਸਾਹਿਬ, ਕਰੋ ਜਿਹੜੀ ਮੇਰਾ ਇਹ ਮੌਕਫ ਹੈ। ਬਾਦਲ ਤਿਬ ਦੇ ਵਿੱਚ ਵੀ ਮੌਜੂਦ ਹੈ, ਉਹਦੇ ਵਿੱਚ ਪੈਰਾਮੀਟਰ ਜਿਹੜੇ ਨਾ ਥੋੜੇ ਜਿਹੇ ਮੁਖਤਲਿਫ। ਠੀਕ ਹੈ, ਇਹਦੇ ਵਿੱਚ ਜਿਹੜੀ ਤੁਸੀਂ ਬਾਤ ਕਰਦੇ ਪਏ ਹੋ ਨਾ ਕਿ ਪਹਿਲੇ ਗੋਰੇ ਤੇ ਜਿਹੜੀ ਨਬਜ਼ ਹੈ ਉਹ ਹਿਸਾਬੀ ਹੈ, ਦੂਜੇ ਦੇ ਬੁੱਧੀ ਔਰ ਤੀਸਰੇ ਤੋਂ ਜ਼ਲਾਤੀ, ਇਹ ਪੈਰਾਮੀਟਰ ਉੱਥੇ ਨਹੀਂ ਮੌਜੂਦ ਹੈ। ਉਹਦੇ 'ਚ ਤਵਾਲਤ ਜਿਹੜੀ ਹੈ ਨਾ, ਉਹਨਾਂ ਨੇ ਉਹਦੇ 'ਚ ਇਹ ਲਿਖਿਆ ਕਿ 4 ਉਂਗਲੀਆਂ ਰੱਖਣੀਆਂ, ਠੀਕ ਹੈ, ਔਰ ਤਵਾਲਤ ਦੇਖਣੀ 4 ਉਂਗਲੀਆਂ ਤੱਕ ਤਵਾਲਤ ਦੀਆਂ, ਉਸ ਤੋਂ ਵੀ ਬਾਹਰ ਹੋ ਸਕਦੀ ਹੈ। ਮੈਂ ਇਹਦੇ ਤੁਹਾਨੂੰ ਇੱਕ ਛੋਟਾ ਜਿਹਾ ਜਵਾਬ ਦੇਣਾ। ਹਾਂਜੀ। ਔਰ ਅਗਰ ਤਵਾਲਤ ਹੈ ਤੇ ਉਹ ਹਰਾਰਤ ਦੀ ਤਲਾਤ ਕਰਦੀ, ਔਰ ਅਗਰ ਛੋਟੀ ਨਬਜ਼ ਜਿੰਨੀ ਛੋਟੀ ਹੁੰਦੀ ਜਾਏਗੀ ਉਹ ਜਿਹੜੇ ਨਾਲ ਸਰਦੀ ਤੇ ਤਲਾਤ ਕਰੇਗੀ। ਠੀਕ ਹੈ, ਇਹ ਹੀ ਚੀਜ਼ਾਂ ਨੇ ਮੁਨਖਫਿਜ਼, ਮੁਸ਼ਰਫ। ਅਗਰ ਸਾਰੀ ਚੀਜ਼ਾਂ ਜੋੜ ਕੇ ਦੇਖੀਏ ਨਾ, ਆਖਰ ਤੇ ਬਾਅਦ ਹੁਕਮਾਂ ਨੇ ਫਿਰ ਵਾਜ਼ਿਹ ਅਲਫਾਜ਼ ਵੀ ਲਿਖਿਆ ਹੈ ਕਿ ਜੀ ਉਜ਼ਲਾਤੀ ਨਬਜ਼ ਜਿਹੜੀ ਹੋਏਗੀ ਉਹ ਪਹਿਲੀ 1.5 ਉਂਗਲੀ ਤੇ 1 ਉਂਗਲੀ 1.5 ਉਂਗਲੀ ਤੇ ਉਜ਼ਲਾਤੀ ਸਾਬੀ, ਜੇ 3 ਨੰਬਰ 'ਚ ਆ ਜਾਏਗੀ ਤਾਂ ਹੋਰ ਲੰਬੀ ਹੋ ਜਾਏਗੀ। ਠੀਕ ਹੈ, ਜਦੋਂ ਹਰਾਰਤ ਜ਼ਿਆਦਾ ਵਧੇਗੀ ਤਾਂ ਉਹ ਮੁਸ਼ਰਫ ਤੋਂ ਮੁੱਦਤ 'ਚ ਚਲੀ ਜਾਏਗੀ। ਔਰ ਇਸੇ ਤਰ੍ਹਾਂ ਹਿਸਾਬੀ ਨਬਜ਼ ਨੂੰ ਹੱਡੀ ਦੇ ਕਰੀਬ ਜਿਹੜਾ ਨਾ ਲਿਖਿਆ ਹੋਗਾ। ਸਿਰਫ ਅਸੀਂ ਇਸ ਚੀਜ਼ ਨੂੰ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਬਾਹਰ ਗੱਲ ਕਰਨੀ ਹੈ ਨਾ, ਕਿਤੇ ਵੀ ਬਹਿ ਕੇ, ਉਹਨਾਂ ਸਾਨੂੰ ਕਹਿਣਾ ਜਨਾਬ ਇੱਥੋਂ ਕਿੱਥੋਂ ਲੈ ਲਿਆ। ਮੇਰੇ ਸੋਚੋ ਜਿਹੜੇ ਨੇ ਕਿ ਜਿਹੜੇ ਨਾ ਉਹਨਾਂ ਦਾ ਇਹੀ ਜ਼ੇਨ ਹੈ। ਮੇਰੇ ਤੇ ਬਹੁਤ ਜ਼ਿਆਦਾ ਸਵਾਲਾਤ ਹੋਏ ਨੇ, ਮੈਂ ਉਹਦੇ ਤੇ ਬਸ ਇਹ ਚੀਜ਼ ਜਿਹੜਾ ਨਾ ਮੈਂ ਤੁਹਾਡੇ ਤੱਕ ਰੱਖਣਾ। मोहतरम मेरी गल जरा थोड़ा फॉलो करो। यह वो किताब है जिदे तो मैं पढ़िया, तुसां भी पढ़िया, उस्ताद उन्होंने सानू ही पढ़ाया। मैं एक छोटा सा तुहाडे सामने रख ला। मिकदारे नबज़ के हवाले ना थोड़ी जी गुफ्तगू करने आ, जिहदे च साबर साहब लिखते हैं कि जिहड़ी नबज़ तवील है 94 पेज पढ़ो ध्यान नाल। की आख्या भला? तवील नबज़ लंबी वो नबज़ है जिसके इज़ा मोतदे शख्स तंदुरुस्त की नबज़। गल पहले एक पहला लफ्ज़ गल तंदुरुस्त